ਕਾਰ ਐਕਸੀਡੈਂਟ ਵਿੱਚ ਲੱਗੀਆਂ ਸੱਟਾਂ ਤਾਂ ਜ਼ਿੰਦਗੀ ਤਬਾਹ ਕਰ ਸਕਦੀਆਂ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਸਮਝਦੇ ਆ ਕਿ ਬਗੈਰ ਕਿਸੇ ਵਕੀਲ ਤੋਂ ਘਰ ਦੇ ਖਰਚੇ ਵੀ ਸੰਭਾਲ ਲਓਗੇ, ਸੱਟਾਂ ਦਾ ਇਲਾਜ ਵੀ ਕਰਾ ਲਓਗੇ ਤੇ ICBC ਤੋਂ ਆਪਣੇ ਹੱਕ ਦੇ ਪੈਸੇ ਵੀ ਲੈ ਲਓਗੇ। ਮੇਰੀ ਗੱਲ ਸੁਣੋ, ਕਾਰ ਐਕਸੀਡੈਂਟ ਤੋਂ ਬਾਅਦ ਕਈ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ? ਧਾਮੀ ਨਾਰੰਗ ਐਂਡ ਕੰਪਨੀ। ਅੱਜ ਹੀ ਫੋਨ ਕਰੋ 6048646131। ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੇਰਾ ਸਾਥ ਦਿਆ ਕਰਨਗੇ ਸੋਨੀਆ ਨਾਰੰਗ, ਜਿਹੜੇ ਕਿ ਇੱਕ ਨਿਊਟ੍ਰੀਸ਼ਨਿਸਟ ਅਤੇ ਨਾਲ ਡਾਈਟੀਸ਼ੀਅਨ ਹਨ। ਪਿਛਲੇ 17 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਇਨਫੋਰਮੇਸ਼ਨ ਜੋ ਹੈ ਡਿਸੈਮੀਨੇਟ ਕਰ ਰਹੇ ਨੇ, ਆਪਣੀ ਐਕਸਪਰਟੀਜ਼ ਨੂੰ ਸ਼ੇਅਰ ਕਰ ਰਹੇ ਨੇ ਤੇ ਇਹਨਾਂ ਨੂੰ ਬਹੁਤ ਸਾਰੇ ਅਵਾਰਡਸ ਮਿਲੇ। ਇਹਨਾਂ ਨੇ ਏਮਸ ਤੋਂ ਆਪਣੀ ਡਿਗਰੀ ਲਈ ਤੇ ਉਸ ਤੋਂ ਬਾਅਦ ਹਿੰਦੁਸਤਾਨ ਟਾਈਮਸ ਨਾਂ ਦੀ ਜਿਹੜੀ ਅਖਬਾਰ ਹੈ ਹਿੰਦੁਸਤਾਨ ਦੀ ਬੜੀ ਫੇਮਸ ਹੈ, ਉਹਨਾਂ ਨੇ ਇਹਨੂੰ ਵਿਮਨ ਫॉर ਵਿਮਨ ਅਵਾਰਡ ਦਿੱਤਾ। ਉਸ ਤੋਂ ਇਲਾਵਾ ਬਹੁਤ ਸਾਰੇ ਅਵਾਰਡਸ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਬਹੁਤ ਸਾਰੇ ਪੋਲੀਟੀਸ਼ੀਅਨਸ ਜਿਵੇਂ ਕਿ ਦਿੱਲੀ ਦੇ ਸਿਹਤ ਮੰਤਰੀ, ਉੱਥੋਂ ਦੇ ਮੇਅਰ ਅਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ VIPs ਨਾਲ ਵੀ ਕੰਮ ਕਰ ਰਹੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਆਪਣੇ ਲਾਈਫ ਸਟਾਈਲ ਵਿੱਚ ਚੇਂਜਸ ਲਿਆਏ ਜਾਣ। ਅੱਜ ਜ਼ਿੰਦਗੀ 'ਚ ਅਸੀਂ ਦੇਖ ਰਹੇ ਕਿ ਸਟ੍ਰੈਸ ਵੱਧਦਾ ਜਾ ਰਿਹਾ, ਸਾਡਾ ਖਾਣ ਪੀਣ ਦਾ ਸਿਸਟਮ ਜੋ ਹੈ ਚੇਂਜ ਹੁੰਦਾ ਜਾ ਰਿਹਾ ਹੈ ਤੇ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਨਾਮੁਰਾਦ ਬਿਮਾਰੀਆਂ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਸੀ, ਉਹ ਅੱਜ ਸਾਨੂੰ ਚਿੰਬੜ ਰਹੀਆਂ ਨੇ। ਅੱਜ ਤੋਂ ਇਸ ਸੀਰੀਜ਼ ਦੇ ਵਿੱਚ ਅਸੀਂ ਗੱਲਬਾਤ ਕਰਿਆ ਕਰਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲਾਈਫ ਸਟਾਈਲ ਵਿੱਚ ਚੇਂਜਸ ਲਿਆ ਕੇ ਕਿਹੜੇ ਉਹ ਫਲ ਫਰੂਟ, ਕਿਹੜੀਆਂ ਉਹ ਸਬਜ਼ੀਆਂ, ਕੀ ਉਹ ਖਾਣਾ ਹੈ ਜਿਸ ਨਾਲ ਕਿ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਸਵਾਗਤ ਕਰਦੇ ਹਾਂ ਸੋਨੀਆ ਨਾਰੰਗ ਦਾ। ਜੈਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਸੋਨੀਆ, ਤੁਸੀਂ ਦਿੱਲੀ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੇ ਹੈਗੇ ਤਾਂ ਪਿਛਲੇ 17 ਸਾਲਾਂ ਤੋਂ ਤੁਸੀਂ ਕਰ ਰਹੇ ਹੋ ਜੀ। ਏਮਸ ਇੱਕ ਬੜੀ ਨਾਮਵਰ ਇੰਸਟੀਟਿਊਸ਼ਨ ਹੈਗੀ ਇੰਡੀਆ ਦੀ, ਉੱਥੋਂ ਤੁਸੀਂ 17 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ। ਤਾਂ ਉਸ ਸਮੇਂ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਅਜੇ ਇੰਨਾ ਰੈਵੋਲੂਸ਼ਨ ਨਹੀਂ ਸੀ ਲੋਕਾਂ ਦੇ ਵਿੱਚ ਆਪਣੀ ਸਿਹਤ ਪ੍ਰਤੀ, ਐਂਡ ਸਪੈਸ਼ਲੀ ਐਜ਼ ਇੰਡੀਅਨਸ ਅਸੀਂ ਤਾਂ ਜੋ ਸਾਨੂੰ ਖਾਣ ਨੂੰ ਚੰਗਾ ਲੱਗਦਾ ਅਸੀਂ ਖਾਈ ਜਾਂਦੇ ਸੀ। ਸੋ ਤੁਸੀਂ ਕਿਵੇਂ ਇਸ ਪਾਸੇ ਆਪਣਾ ਇੰਟਰਸਟ ਬਣਾਇਆ? ਦੇਖੋ, ਐਕਚੁਅਲੀ ਜਦੋਂ ਮੈਂ ਫੂਡ ਸਾਇੰਸ ਨਿਊਟ੍ਰੀਸ਼ਨ ਜਦੋਂ ਮਾਸਟਰਸ ਵਗੈਰਾ ਕੀਤਾ ਤੇ ਨੋ ਡਾਊਟ ਉਸ ਟਾਈਮ ਇਹਨੇ ਅਵੇਅਰਨੈਸ ਨਹੀਂ ਸੀ ਜਾਂ ਡਾਈਟੀਸ਼ੀਅਨ ਦਾ ਨਾਮ ਵੀ ਨਹੀਂ ਸੀ ਕਿ ਡਾਈਟੀਸ਼ੀਅਨ ਨੇ ਕਰਨਾ ਕੀ ਹੈ। ਬਟ ਓਵਰ ਅ ਪੀਰੀਅਡ ਆਫ ਟਾਈਮ ਨੋ ਡਾਊਟ ਮੈਂ ਵੀ ਇਹ ਗੱਲ ਮੰਨਨੀ ਆ ਕਿ ਸ਼ੁਰੂ ਤੇ ਲੋਕਾਂ ਨੇ ਰਿਕਗਨਾਈਜ਼ ਨਹੀਂ ਕੀਤਾ, ਮੇਰੀ ਫੈਮਿਲੀ ਨੇ ਰਿਕਗਨਾਈਜ਼ ਨਹੀਂ ਕੀਤਾ ਕਿ ਡਾਈਟੀਸ਼ੀਅਨ ਮਤਲਬ ਕੀ ਹੁੰਦਾ। ਸਾਨੂੰ ਸਭ ਪਤਾ ਕੀ ਖਾਣਾ ਹੈ। ਹਾਂਜੀ ਐਬਸੋਲੂਟਲੀ, ਉਹ ਵੀ ਪੰਜਾਬੀ ਪਰਿਵਾਰ ਵਿੱਚ ਕੀ ਸਾਨੂੰ ਦੱਸਣਾ ਕਿ ਅਸੀਂ ਖਾਣਾ ਕੀ ਹੈ। ਹਾਂਜੀ ਐਗਜ਼ੈਕਟਲੀ। लेकिन ओवर अ पीरियड ऑफ टाइम आई हैव डेफिनेटली नोटिस दैट मैडिकल फील्ड और स्पैशली डॉक्टर्स खुद रिकमेंड करते हैं कि अगर उन्होंने 4 दवाइयां लिखियां ने तो नाल लिखांगे कि इन्नी कैलोरी का थोड़ा डाइट चार्ट होना चाहिए, ये इन्ना सोडियम इन्ना पोटैशियम तो थले छोटी जी लाइन लिखा होंगे रेफर टू अ डाइटिशियन। तो वो धीरे धीरे करते जो लोगों ने डाइटिशियन को अप्रोच करना शुरू किया और देखा कि दवाइयां थोड़ी छुट भी सकदियां ने, स्पैशली इफ यू टॉक अबाउट डायबिटीज, ब्लड प्रेशर। सो दीज आर few things, few problems कि अगर तुसी दवाई शुरू की है, अगर तुसी अपनी डाइट दे नाल ध्यान देंदे हो, अपनी लाइफ स्टाइल दा ध्यान देंदे हो तो तुहाडी वो मेडिसिन्स वो छुट भी सकदियां ने। सो दैट इज़ हाउ इन फैक्ट एक बहुत अच्छी सेइंग है जिहदे विच कहा जांदा है नो मैटर व्हाट इज़ द फादर ऑफ द डिजीज एंड इल डाइट इज़ ऑलवेज द मदर। मतलब कि जिहड़ी परेशानी है ओदा कोई भी एक रीजन रहा होवे लेकिन जिहड़ी ओदी मदर है, जिहड़ी ओदा बेसिक जिहड़ी रीजन है ਉਹ ਆਈ ਹੈ ਕਿ ਤੁਸੀਂ ਆਪਣੀ ਡਾਈਟ ਦਾ, ਆਪਣੇ ਲਾਈਫ ਸਟਾਈਲ ਦਾ ਤੁਸੀਂ ਖਿਆਲ ਨਹੀਂ ਕੀਤਾ। ਸੋ ਦੈਟ ਇਜ਼ ਹਾਊ ਮਾਈ ਇੰਟਰਸਟ ਆਲਸੋ started so ਹੌਲੀ ਅਵੇਅਰਨੈਸ ਵਧਣੀ ਸ਼ੁਰੂ ਹੋਈ। ਇੰਡੀਆ ਵਿੱਚ ਕੀ ਹੁਣ ਹੈਗੀ ਕਾਫੀ ਅਵੇਅਰਨੈਸ ਜੀ? ਐਬਸੋਲੂਟਲੀ ਹਰਪ੍ਰੀਤ ਜੀ, ਇਟਸ ਸੋ ਰਿਵਾਰਡਿੰਗ ਫॉर मी ਕਿ ਅਵੇਅਰਨੈਸ ਵੀ ਹੈ ਔਰ ਹੁਣ ਤੇ ਇੱਕ ਇਹ ਟ੍ਰੈਂਡ ਆ ਚੁੱਕਾ ਹੈ, ਇਟਸ ਨਾਟ ਅ ਫੈਡ, ਇਟਸ ਐਕਚੁਅਲੀ देयर ਕਿ ਲੋਕ ਡਾਈਟੀਸ਼ੀਅਨ ਉਤੇ ਡਿਪੈਂਡ ਹੋਣ ਸ਼ੁਰੂ ਹੋ ਗਏ ਨੇ ਕਿ ਤੁਸੀਂ ਸਾਡਾ ਡਾਈਟ ਚਾਰਟ ਬਣਾ ਦਿਓ, ਮੇਕ ਇਟ ਫॉर ਅ ਵੀਕ অর 10 ਡੇਜ਼, ਵੀ ਆਰ ਵੈਰੀ ਕੰਫਰਟੇਬਲ। ਤੇ ਫਿਰ ਅੱਗੇ ਇਸ ਤੋਂ ਬਾਅਦ ਕੀ ਕਰਨਾ ਹੈ, ਹੁਣ ਆਪਣੇ ਬੱਚਿਆਂ ਵਾਸਤੇ ਅਸੀਂ ਕੀ ਦੇਣਾ ਹੈ। ਇਟਸ ਵੈਰੀ ਨਾਈਸ, ਵੈਰੀ ਰਿਵਾਰਡਿੰਗ ਐਂਡ ਦ ਬੈਸਟ ਇਜ਼ ਕਿ ਤੁਸੀਂ ਆਪਣੇ ਘਰ ਦੇ ਹੀ ਖਾਣ ਪਾਣ ਨਾਲ ਆਪਣੀ ਜੀਵਨ शैली सुधार के एक्चुअली अपने अंदर तुसी इंप्रूवमेंट देखते हो, अपनी फिटनेस विच इंप्रूवमेंट देखते हो, अपने हेल्थ पैरामीटर्स जिहड़े इंप्रूव होंदे ने उन्हां नूं देखते हो। ਇਹਦੇ ਵਿੱਚ ਐਜ਼ ਅ ਡਾਈਟੀਸ਼ੀਅਨ ਐਂਡ ਨਿਊਟ੍ਰੀਸ਼ਨਿਸਟ ਇਹ ਦੱਸੋ ਕਿ ਮਾਈਂਡ ਦਾ ਕੀ ਰੋਲ ਹੈਗਾ ਇਹਦੇ ਵਿੱਚ, ਐਂਡ ਤੁਸੀਂ ਜਦੋਂ ਕਰਦੇ ਹੋ ਕੰਸਲਟੇਸ਼ਨ ਕਰਦੇ ਹੋ, ਵਾਟ ਫੈਕਟਰਸ ਡੂ ਯੂ ਕੀਪ ਇਨਟੂ ਅਕਾਊਂਟ ਵਾਈਲ ਰਿਕਮੈਂਡਿੰਗ ਅਬਾਊਟ ਸਮਥਿੰਗ? ਹਾਂਜੀ ਹਰਪ੍ਰੀਤ ਜੀ, ਬੜੇ ਸਾਰੇ ਕੁਐਸਚਨ ਤੁਸੀਂ ਇਕੱਠੇ ਹੀ ਪੁੱਛ ਲਿੱਤੇ ਨੇ, ਪਰ ਦੇਖੋ ਇਸ ਤਰ੍ਹਾਂ ਹੁੰਦਾ ਹੈ, ਨੋ ਡਾਊਟ ਹੈ ਤੇ ਪੂਰੀ ਮਾਈਂਡ ਗੇਮ। ਮਤਲਬ ਤੁਸੀਂ ਇਹ ਦੇਖੋ ਕਿ ਅਗਰ ਤੁਸੀਂ ਕਾਰ ਚਲਾ ਰਹੇ ਹੋ ਤੇ ਸਾਹਮਣੇ ਸਪੀਡਿੰਗ ਟਰੱਕ ਅਗਰ ਆ ਗਿਆ, ਯੂ ਹਾਰਟ ਸਕਿਪਸ ਅ ਬੀਟ, ਇਹਦਾ ਮਤਲਬ ਹੈ ਤੁਹਾਡੀ ਆਈਜ਼ ਮਾਈਂਡ ਕੋਆਰਡੀਨੇਸ਼ਨ ਹਾਰਟ ਉੱਤੇ ਉਹਦਾ ਇਨਫਲੂਐਂਸ ਹੋ ਰਿਹਾ ਹੈ। ਸਿਮਿਲਰਲੀ ਇੱਕ ਦੂਸਰਾ ਐਗਜ਼ਾਮਪਲ ਦੇਣੀ ਆ, ਅਗਰ ਮੈਂ ਕਿਸੇ ਨੂੰ ਇੱਕ ਡਾਇਟ ਰਿਕਮੈਂਡ ਕੀਤੀ ਹੈ ਔਰ ਮੈਂ ਲਿਖਿਆ ਹੈ ਕਿ लंच एक चपाती खानी है, सो द पर्सन वुड से कि मेरा तो एक चपाती नाल मेरा गुजारा नहीं है, बट देन आई गिव द एग्जाम्पल कि किस तरह थोड़ा माइंड और स्टमक आपस में कम्यूनिकेट करते हैं। फॉर एग्जाम्पल यू एंड योर फ्रेंड तुसी लंच ते गए
ਔਰ ਟਿਪੀਕਲ ਇੰਡੀਅਨ ਲੰਚ ਦੇ ਅਕੋਰਡਿੰਗ ਤੁਸੀਂ ਆਰਡਰ ਕੀਤਾ ਕਿ ਇੱਕ ਰੋਟੀ ਹੁਣੇ ਲਿਆਓ ਤੇ ਮਤਲਬ 2 ਰੋਟੀ ਹੁਣੇ ਲਿਆਓ ਫॉर 2 ਪੀਪਲ ਐਂਡ 2 ਰੋਟੀ ਫਿਰ ਦੁਬਾਰਾ ਲੈ ਆਣਾ ਤੇ ਜਦੋਂ ਦੂਸਰੀ ਰੋਟੀ ਅਗਰ ਥੋੜੀ ਲੇਟ ਆਂਦੀ ਹੈ ਤੇ ਅਸੀਂ ਅਕਸਰ ਕਹਿੰਦੇ ਯਾਰ ਹੁਣ ਤੇ ਭੁੱਖ ਮਰ ਗਈ that is why you need to understand ਕਿ ਭੁੱਖ ਉਨੀ ਸੀ that was a line of control that was your mind telling you ਕਿ ਬਸ ਇੰਨੀ ਹੀ ਭੁੱਖ ਹੈ my stomach has done the bit ਲੇਕਿਨ ਕਿਉਂਕਿ ਅਸੀਂ ਫਰੈਂਡ ਦੇ ਨਾਲ ਆ ਕਿਉਂਕਿ ਅਸੀਂ ਇੱਕ ਅੱਛੀ ਜਗ੍ਹਾ ਤੇ ਬੈਠੇ ਹਾਂ ਕਿਉਂਕਿ ਖਾਣਾ ਸਵਾਦ ਹੈ ਤੇ ਅਸੀਂ ਉਹਨੂੰ ਅਵੋਇਡ ਕਰਕੇ ਫਿਰ ਦੁਬਾਰਾ ਖਾਣਾ ਸ਼ੁਰੂ ਕਰ ਦਿੰਦੇ ਹਾਂ that is where the obesity creeps in so that is that is where the dietitian plays a role ਕਿ ਅਗਰ ਡਾਈਟੀਸ਼ੀਅਨ ਨੇ ਲਿਖ ਕੇ ਰੱਖਿਆ ਹੈ ਫਿਰ ਤੁਸੀਂ 2 ਦਿਨ ਬਾਅਦ ਜਾ ਕੇ ਡਾਈਟੀਸ਼ੀਅਨ ਨੂੰ ਮਿਲਣਾ ਹੈ ਤੇ ਜੇ ਤੁਹਾਡੇ ਹੈਲਥ ਪੈਰਾਮੀਟਰਸ ਔਰ weight ਵਿੱਚ ਫਰਕ ਨਹੀਂ ਪਿਆ ਡਾਈਟੀਸ਼ੀਅਨ ਕੈਨ ਪਿਨ ਪੁਆਇੰਟ ਕਿ ਤੁਸੀਂ ਜ਼ਿਆਦਾ ਖਾ ਰਹੇ ਹੋ ਜਾਂ ਘੱਟ ਖਾ ਰਹੇ ਹੋ ਜਾਂ ਗਲਤ ਟਾਈਮ ਤੇ ਖਾ ਰਹੇ ਹੋ ਜਾਂ ਤੁਹਾਡਾ ਵੇ ਆਫ ਮੈਥਡ ਆਫ ਕੁਕਿੰਗ ਗਲਤ ਹੈ ਓਕੇ ਜੀ ਰਾਈਟ ਸੋ ਉਹਦੇ ਵਿੱਚ ਐਵਰੀ ਬਾਡੀ ਇਜ਼ ਡਿਫਰੈਂਟ ਹਰ ਇੱਕ ਬਾਡੀ ਡਿਫਰੈਂਟ ਹੈਗੀ ਤੇ weight ਪੈਰਾਮੀਟਰਸ ਦੀ ਜਿਹੜੀ ਤੁਸੀਂ ਗੱਲ ਕੀਤੀ ਸੋ ਕੀ ਇੱਕ ਜੇ ਅਸੀਂ ਜਨਰਲ ਟਰਮਸ ਵਿੱਚ ਗੱਲ ਕਰੀਏ ਤਾਂ ਵਾਟ ਇਜ਼ ਦ ਜਨਰਲ ਟਰਮ ਫॉर ਐਨਾਲਾਈਜ਼ਿੰਗ ਕਿ ਬੰਦਾ ਜਿਹੜਾ ਹੈਗਾ ਇਹ ਓਬੀਸ ਹੈਗਾ ਜਾਂ ਇਹ ਜ਼ਿਆਦਾ ਖਾ ਰਿਹਾ ਕਿਉਂਕਿ ਜਦੋਂ ਸਵਾਦ ਦੀ ਗੱਲ ਆਉਂਦੀ ਪੂੜੀਆਂ ਸਵਾਦ ਬਣੀਆਂ ਹੋਣ ਕੜਾਹ ਬਣਿਆ ਹੋਏ ਤਾਂ ਬੰਦਾ ਕਹਿੰਦਾ ਚੱਲ ਯਾਰ ਇੱਕ ਹੋਰ ਖਾ ਲਓ ਕੀ ਫਰਕ ਪੈਂਦਾ ਉਹ ਕੀ ਫਰਕ ਵਾਲੀ ਜਿਹੜੀ ਮੈਂਟੈਲਿਟੀ ਹੈਗੀ ਹੈ ਉਹ ਕਿੰਨਾ ਕੁ ਇੰਪੈਕਟ ਪਾਉਂਦੀ ਸਾਡੇ ਦੇਖੋ ਹਰਪ੍ਰੀਤ ਜੀ ਮਤਲਬ ਜਨਰਲ ਗਾਈਡਲਾਈਨਸ ਸਭ ਦੇ ਵਾਸਤੇ ਸੇਮ ਨੇ ਕਿ ਪਾਣੀ ਤੁਸੀਂ ਜ਼ਿਆਦਾ ਪੀਓ 8 ਵਜੇ ਤੋਂ ਬਾਅਦ ਰੋਟੀ ਨਾ ਖਾਓ ਜਾਂ ਨਮਕ ਨਾ ਖਾਓ ਅਵੋਇਡ ਦ ਸਾਲਟ ਆਫਟਰ 8 o'clock ਲੇਕਿਨ ਵੈਨ ਇਟ ਕਮਸ ਟੂ ਦ ਪਰਸਨਲ ਦ ਡਾਇਟ ਚਾਰਟਸ ਉਹਦੇ ਵਿੱਚ ਇੱਕਦਮ ਟੇਲਰ ਮੇਡ ਚੀਜ਼ ਜਾਂਦੀ ਹੈ ਕਿ ਤੁਹਾਡੀ ਰਿਕੁਆਇਰਮੈਂਟਸ ਕਿਹੜੀ ਨੇ ਤੁਹਾਡੇ ਬਲੱਡ ਟੈਸਟ ਦੇ ਅਕੋਰਡਿੰਗ ਤੁਹਾਡਾ ਵਿਟਾਮਿਨ B12 ਹੈ ਵਿਟਾਮਿਨ D ਹੈ ਬਾਕੀ ਜਿਹੜੇ ਆਇਰਨ ਕੈਲਸ਼ੀਅਮ ਵਗੈਰਾ ਨੇ ਪਲੱਸ ਫਿਰ ਉਹਦੇ ਨਾਲ ਤੁਹਾਡਾ ਟੈਂਪਰਾਮੈਂਟ ਕੀ ਹੈ ਤੁਹਾਡਾ ਕੰਮ ਦਾ ਤੁਹਾਡਾ ਵੇ ਆਫ ਵਰਕਿੰਗ ਕੀ ਹੈ ਤੁਹਾਡੀ ਕਮਿਊਟਿੰਗ ਕਿੰਨੀ ਹੈ ਆਪਣੇ ਘਰ ਤੋਂ ਵਰਕ ਪਲੇਸ ਦੀ ਦੈਟ ਇਜ਼ ਵੇਅਰ ਦ ਡਾਈਟੀਸ਼ੀਅਨ gets a role in ਕਿ ਉਹ ਤੁਹਾਡਾ ਜਿਹੜਾ ਲਾਈਫਸਟਾਈਲ ਦੇਖਦੇ ਹੋਏ ਪਲੱਸ ਤੁਹਾਡੀ ਰਿਕੁਆਇਰਮੈਂਟ ਦੇਖਦੇ ਹੋਏ ਪਲੱਸ ਤੁਹਾਡੇ ਫਿਜ਼ੀਕਲ ਪੈਰਾਮੀਟਰਸ ਦੇਖਦੇ ਹੋਏ ਦੈਨ ਦ ਡਾਇਟ ਇਜ਼ ਬੀਨ ਪਲਾਨਡ ਜੋ ਕਿ ਸਭ ਚੀਜ਼ਾਂ ਨੂੰ ਐਂਡ ਈਵਨ ਤੁਹਾਡੇ ਜਿਹੜਾ ਟੈਂਪਰਾਮੈਂਟ ਹੈ ਇਹ ਨਹੀਂ ਕਿ ਤੁਹਾਨੂੰ ਇੱਕਦਮ ਸਟ੍ਰਿਕਟ ਡਾਇਟ ਤੇ ਰੱਖਤਾ ਤੇ ਉਹ ਤੇ ਆਮ ਜਸਟ ਫੀਲਿੰਗ ਸੋ ਡਿਪਰਾਈਵਡ ਆਮ ਬੀਇੰਗ ਇਰੀਟੇਟਡ ਮੈਨੂੰ ਗੁੱਸਾ ਆ ਰਿਹਾ ਕਿਉਂਕਿ ਮੈਨੂੰ ਖਾਣਾ ਠੀਕ ਤਰ੍ਹਾਂ ਨਹੀਂ ਮਿਲਿਆ ਐਟਸੈਟਰਾ ਦੈਟ ਇਜ਼ ਵੇਅਰ ਦ ਡਾਈਟੀਸ਼ੀਅਨ ਗੈਟਸ ਇਨਟੂ ਦ ਰੋਲ ਤੇ ਦੂਸਰਾ ਤੁਸੀਂ ਕੁਐਸਚਨ ਪੁੱਛਿਆ ਸੀ ਇੱਕ ਸ਼ਾਇਦ ਫਾਸਟ ਫੂਡ ਦੀ ਵੀ ਗੱਲ ਹੋਈ ਸੀ ਕਿ ਰਨ ਐਂਡ ਗ੍ਰੈਬ ਐਂਡ ਗੋ ਵਾਲੀ ਗੱਲ ਹੈ I would like to say here ਕਿ our choices have consequences. Right. ਮਤਲਬ ਚੋਇਸ ਜੋ ਅਸੀਂ ਚੂਜ਼ ਕਰ ਰਹੇ ਹਾਂ ਉਹਦੇ consequences ਨੇ ਜਦੋਂ ਤੁਸੀਂ ਚੂਜ਼ ਕਰ ਰਹੇ ਹੋ ਉਹ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਕੀ ਚੂਜ਼ ਕਰਨਾ ਹੈ ਬਟ once you have chosen ਫਿਰ you have to face the consequences. ਜੇ ਤੁਸੀਂ ਡੋਨਟ ਲਿੱਤਾ ਤੇ ਨਾਲ ਕੋਕ ਲੈ ਲਿੱਤੀ that is your choice. ਲੇਕਿਨ ਫਿਰ ਉਹਦੇ consequences ਫਿਰ ਤੁਸੀਂ ਹੀ ਭੁਗਤਨੇ ਨੇ ਲੇਕਿਨ ਉਹਦੇ ਨਾਲ ਹੀ ਅਗਰ ਤੁਹਾਡੇ ਕੋਲ ਫਰੈਸ਼ ਫਰੂਟਸ ਨੇ ਸਟ੍ਰਾਬੇਰੀਜ਼ ਹੈ ਯੋਗਰਟ ਹੈ ਤੁਸੀਂ ਉਹ ਵੀ ਚੂਜ਼ ਕਰ ਸਕਦੇ ਹੋ ਉਹ ਵੀ ਗ੍ਰੈਬ ਐਂਡ ਗੋ ਹੈ ਇਟਸ ਜਸਟ ਦੈਟ ਕਿ ਤੁਸੀਂ ਪ੍ਰਾਇੋਰਿਟੀ ਕਿਸ ਚੀਜ਼ ਨੂੰ ਦਿੱਤੀ ਅਗਰ ਤੁਸੀਂ ਸਵੇਰੇ ਉੱਠ ਕੇ ਆਪਣਾ ਡੇ ਪਲਾਨ ਕਰਦੇ ਹੋ ਇਨਫੈਕਟ ਬੈਟਰ ਕਿ ਰਾਤੀ ਪਲਾਨ ਕਰ ਲਓ ਕਿ ਮੈਂ ਕੱਲ ਇਹ ਸਾਰਾ ਮੇਰਾ ਸਮਾਨ ਹੈ ਇਹ ਮੇਰੀ ਗਰੋਸਰੀ ਹੈ ਇਹ ਮੈਂ ਕੈਰੀ ਕਰਨਾ ਹੈ ਤੇ ਇਹ ਇਸ ਤਰ੍ਹਾਂ ਕਰਕੇ ਮੈਂ ਇਹਨੂੰ ਮੈਨੇਜ ਕਰਨਾ ਹੈ ਸੋ ਦੈਨ ਯੂ ਆਰ ਇਨ ਯੂ ਟੈਬੂਲਰ ਫਾਰਮ ਵਿੱਚ ਤੁਸੀਂ ਲਿਖਿਆ ਕਿ ਮੈਂ ਕਿਸ ਤਰ੍ਹਾਂ ਫੋਲੋ ਕਰਨਾ ਹੈ ਵਿਚ ਇਜ਼ ਕੇਟਰਿੰਗ ਟੂ ਕਿ ਤੁਹਾਡੀ ਜਿਹੜਾ ਡਾਇਟ ਹੈ ਤੁਹਾਡਾ ਹੈਲਥ ਹੈ ਉਹ ਅੱਛਾ ਰਹੇ ਲੇਕਿਨ ਅਗਰ ਤੁਸੀਂ ਉਹਨੂੰ ਪ੍ਰਾਇੋਰਿਟੀ ਨਹੀਂ ਕੀਤਾ ਆਪਣਾ ਤੁਹਾਡਾ ਕੰਮ ਹੈ ਤੁਹਾਡੀ ਜਿਹੜੀ ਬਾਕੀ ਪ੍ਰਾਇੋਰਿਟੀਜ਼ ਨੇ ਦੈਨ ਇਟ ਹੈਪਨਸ ਆਫਟਰ ਦ ਏਜ ਆਫ 35 ਇਅਰਸ ਜੋ ਤੁਸੀਂ ਪਹਿਲੇ ਐਜ਼ ਚਲੋ ਖਾ ਲੈਨੇ ਆ ਕਰਕੇ ਹੁਣ ਤੇ ਡਾਕਟਰ ਨੇ ਹੀ ਸਟੈਂਪ ਲਗਾਈ ਤੀ ਕਿ ਭਾਈ ਸਾਹਿਬ ਬਹੁਤ ਹੋ ਗਿਆ ਇਸ ਤੋਂ ਬਾਅਦ ਬਿਲਕੁਲ ਤੁਸੀਂ ਨਹੀਂ ਖਾਣਾ ਐਬਸੋਲੂਟਲੀ ਸੋ ਚੋਇਸ ਇਜ਼ yours you want a stamp from a doctor or want to take your initiative yourself exactly ਲੈਨੇ ਜੀ ਇੱਕ ਛੋਟੀ ਜੀ ਬ੍ਰੇਕ ਤੇ ਉਸ ਤੋਂ ਬਾਅਦ ਵਾਪਸ ਆ ਕੇ ਇਸੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਾਂਗੇ ਕਿ ਡਾਈਟਸ ਦੀ ਜਦੋਂ ਗੱਲ ਕਰਦੇ ਆ ਤਾਂ ਡਾਈਟਸ ਦੇ ਅਸੀਂ ਦੇਖਦੇ ਹਾਂ ਪਰਿਣਾਮ ਜਿਹੜੇ ਨੇ ਬੜੇ ਡਿਫਰੈਂਟ ਜੇ ਆਉਂਦੇ ਨੇ ਅੱਜ ਮਾਰਕੀਟ ਇਜ਼ ਫਲੱਡਡ ਵਿਦ ਲੋਟਸ ਆਫ ਡਾਈਟ ਪ੍ਰੋਡਕਟਸ ਲੋਕ ਲੈ ਵੀ ਲੈਂਦੇ ਨੇ ਬਜਾਏ ਕਿ ਬੈਨੀਫਿਟ ਹੋਏ ਕभी ਨੁਕਸਾਨ ਵੀ ਹੋ ਜਾਂਦਾ ਹੈ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਡਾਈਟਸ ਤੇ ਜਾਣਾ ਹੈ ਇਸ ਬਾਰੇ ਗੱਲ ਕਰਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਹੈਲਥਕੇਅਰ ਅਸਿਸਟੈਂਟ ਵਜੋਂ ਆਪਣਾ ਕੈਰੀਅਰ ਐਸਟੈਬਲਿਸ਼ ਕਰਕੇ ਚੰਗੀ ਤਨਖਾਹ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਵੈਸਟਰਨ ਕਮਿਊਨਿਟੀ ਕਾਲਜ ਪਹੁੰਚੋ ਬਹੁਤ ਹੀ ਘੱਟ ਟਿਊਸ਼ਨ ਫੀਸ ਅਤੇ ਈਜ਼ੀ ਇੰਸਟਾਲਮੈਂਟਸ ਨਾਲ ਤੁਸੀਂ ਫੁੱਲ ਟਾਈਮ ਪਾਰਟ ਟਾਈਮ ਜਾਂ ਈਵਨਿੰਗ ਕੋਰਸਸ ਜੁਆਇਨ ਕਰ ਸਕਦੇ ਹੋ ਮੁਫਤ ਇੰਗਲਿਸ਼ ਕਲਾਸਿਸ ਨਾਲ ਐਬਟਸਫੋਰਡ ਤੋਂ ਮੁਫਤ ਰਾਈਟ ਦਾ ਵੀ ਪ੍ਰਬੰਧ ਹੈ ਹਫਤੇ ਦੇ 7 ਦਿਨ ਖੁੱਲੇ ਇਸ ਗਵਰਨਮੈਂਟ ਰਜਿਸਟਰਡ ਕਾਲਜ ਵਿੱਚ ਕਲੀਨਿਕਲ ਵਰਕ ਅਤੇ ਪ੍ਰੈਕਟੀਕਮ ਲਈ ਸਪੈਸ਼ਲ ਲੈਬਸ ਹਨ ਆਈਲੈਟਸ ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ ਕੋਰਸ ਵੀ ਕਰਵਾਉਂਦੇ ਹਨ ਕਮ ਐਂਡ ਐਕਸਪੀਰੀਅੰਸ ਦ ਡਿਫਰੈਂਸ ਵੈਸਟਰਨ ਕਮਿਊਨਿਟੀ ਕਾਲਜ 604 5943500 ਸੋਨੀਆ ਨਾਰੰਗ ਜਿਹੜੇ ਕਿ ਇੱਕ ਨਾਮਵਰ ਡਾਈਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਹਨ ਦਿੱਲੀ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਅੱਜ ਜ਼ਰੂਰਤ ਹੈ ਕਿ ਸਾਡੀ ਉਸ ਸੋਚ ਵਿੱਚ ਤਬਦੀਲੀ ਆਵੇ ਤੇ ਅਸੀਂ ਸਮਝ ਸਕੀਏ ਕਿ ਜਿਹੜੀਆਂ ਸਾਡੀਆਂ ਚੋਇਸਿਸ ਨੂੰ ਦੇ ਕੀ ਕੌਨਸੀਕੁਐਂਸਸ ਹੋਣੇ ਨੇ ਡਾਈਟਸ ਦੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਸੀ ਬ੍ਰੇਕ ਤੋਂ ਪਹਿਲਾਂ ਉਸੇ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਆ
ਜੀ ਸੋ ਤੁਸੀਂ ਗੱਲ ਕੀਤੀ ਸੀ ਕਿ ਡਾਈਟਸ ਦੀ, ਜਦੋਂ ਮੈਂ ਪੁੱਛ ਰਿਹਾ ਸੀ ਤੁਹਾਨੂੰ ਕਿ ਡਾਈਟਸ ਸੁਣਦੇ ਆ ਬਹੁਤ ਕਿਸਮ ਦੀਆਂ ਮਾਰਕੀਟ ਡਾਈਟਸ ਨੇ, ਪਤਾ ਹੀ ਨਹੀਂ ਲੱਗਦਾ ਅੱਜ ਕਮਰਸ਼ੀਅਲਾਈਜ਼ ਯੁੱਗ ਵਿੱਚ ਹਰ ਇੱਕ ਕੋਈ ਕੁਝ ਨਾ ਕੁਝ ਲੈ ਕੇ ਆ ਰਿਹਾ, ਪਰ ਲੋਕ ਬਿਨਾਂ ਕਈ ਵਾਰੀ ਸੋਚੇ ਸਮਝੇ ਵੀ ਖਾ ਜਾਂਦੇ ਨੇ ਤੇ ਸ਼ਾਇਦ ਥੋੜੀ ਦੇਰ ਲਈ ਇੰਪੈਕਟ ਵੀ ਉਹਦਾ ਹੁੰਦਾ, ਬਟ ਅਲਟੀਮੇਟਲੀ ਵਾਪਸ ਕਈ ਵਾਰੀ ਡਬਲ ਵੀ ਉਹ ਗੇਨ ਕਰ ਜਾਂਦੇ ਨੇ ਆਪਣਾ weight। ਇਹਦੇ ਸੰਬੰਧ ਵਿੱਚ ਦੱਸੋ ਕਿ ਜਦੋਂ ਕਿਸੇ ਡਾਈਟ ਤੇ ਜਾਣਾ ਹੈ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ? ਗੱਲ ਤੇ ਤੁਸੀਂ ਠੀਕ ਕੀਤੀ ਹਰਪ੍ਰੀਤ ਜੀ, ਕਿਉਂਕਿ ਤੁਸੀਂ ਅੱਜ ਇੰਟਰਨੈਟ ਤੇ ਵੀ ਲਿਖੋ ਵਰਡ ਡਾਈਟ ਤੇ ਉਹਦੇ ਵਿੱਚ ਤੁਹਾਨੂੰ ਇੰਨੀ ਸਾਰੀ ਡਾਈਟ ਦੀ ਆਪਸ਼ਨਸ ਆ ਜਾਣਗੀਆਂ, ਟੂ ਨੇਮ ਲਾਈਕ ਜਨਰਲ ਮੋਟਰਸ ਡਾਈਟ, ਸਾਊਥ ਬੀਚ ਡਾਈਟ, 7 ਡੇਜ਼ ਫਾਸਟਿੰਗ ਡਾਈਟ, ਡੀਟੌਕਸ ਡਾਈਟ। ਲੇਕਿਨ ਮੈਂ ਆਪਣੇ ਐਕਸਪੀਰੀਅੰਸ ਵਿੱਚ ਜੋ ਨੋਟਿਸ ਕੀਤਾ ਹੈ, ਇਨ ਦੀ ਐਂਡ ਦ ਕਾਮਨ ਸੈਂਸ ਪਲੇਜ਼ ਦ ਰੋਲ। ਮਤਲਬ ਤੁਹਾਡੇ ਕੋਲ ਜਨਰਲ ਗਾਈਡਲਾਈਨਸ ਹੋਣੀ ਜ਼ਰੂਰੀ ਹੈ, ਤੁਹਾਨੂੰ ਪਤਾ ਹੈ ਕਿ ਐਜ਼ ਆਈ ਪੁੱਟ ਅਰਲੀਅਰ ਕਿ ਪਾਣੀ ਅੱਛੀ ਤਰ੍ਹਾਂ ਪੀਣਾ ਹੈ, ਫਲ ਸਬਜ਼ੀਆਂ ਅੱਛੀ ਤਰ੍ਹਾਂ ਖਾਓ, ਬਹੁਤ ਤਲਿਆ ਨਹੀਂ ਖਾਓ, ਉਹਨੂੰ ਮੈਥਡ ਆਫ ਕੁਕਿੰਗ ਸ਼ੁੱਡ ਬੀ ਚੇਂਜਡ। ਲੇਕਿਨ ਜੋ ਐਕਸਟ੍ਰੀਮ ਡਾਈਟਸ ਹੁੰਦੀਆਂ ਨੇ, ਫॉर ਐਗਜ਼ਾਮਪਲ ਇੱਕ ਡਾਈਟ ਹੈ ਜਿਹਦੇ ਤੁਸੀਂ ਸਿਰਫ ਪ੍ਰੋਟੀਨ ਖਾਣਾ ਹੈ, ਤੇ ਅਗਰ ਤੁਸੀਂ ਐਥਲੀਟ ਹੋ ਤੇ ਫਿਰ ਵੀ ਮੰਨਿਆ ਕਿ ਸ਼ਾਇਦ ਉਹ ਤੁਹਾਡੀ ਉਸ ਟਾਈਮ ਦੀ ਨੀਡ ਨੂੰ ਪੂਰਾ ਕਰ ਰਿਹਾ ਹੈ, ਲੇਕਿਨ ਫॉर ਅ ਲੇਮੈਨ ਜਿਹਨੇ ਇੰਟਰਨੈਟ ਤੇ ਸਿਰਫ ਦੇਖਿਆ ਹੈ ਜੀ ਮੈਂ ਹੁਣੇ ਹਾਈ ਪ੍ਰੋਟੀਨ ਡਾਈਟ ਫੋਲੋ ਕਰ ਰਿਹਾ ਵਿਦਆਊਟ ਐਨੀ ਸੁਪਰਵਿਜ਼ਨ। ਨਾਓ ਹਾਈ ਪ੍ਰੋਟੀਨ ਡਾਈਟ ਇਜ਼ ਨਾਟ ਟਾਕਿੰਗ ਅਬਾਊਟ, ਹੋ ਸਕਦਾ ਤੁਹਾਡੀ ਫੈਮਿਲੀ ਹਿਸਟਰੀ 'ਚ ਕੋਈ ਕਿਡਨੀ ਪ੍ਰੋਬਲਮ ਰਹੀ ਹੋਵੇ, ਹੋ ਸਕਦਾ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੇ ਹਾਈ ਪ੍ਰੋਟੀਨ ਡਾਈਟ ਕਰਕੇ ਤੁਸੀਂ ਕਿਡਨੀ ਉੱਤੇ ਟੌਕਸਿਕ ਲੋਡ ਪਾਤਾ ਜੀ। ਹੋ ਸਕਦਾ ਹੈ ਤੁਹਾਨੂੰ ਪ੍ਰੋਟੀਨ ਐਜ਼ ਪਰ ਸੇ ਪ੍ਰੋਟੀਨ ਤੇ ਤੁਸੀਂ ਖਾ ਰਹੇ ਹੋ ਜੋ ਸਰੀਰ ਵਿੱਚ ਪਾਣੀ ਨੂੰ ਇਟ ਰਿਟੇਨਸ ਵਾਟਰ, ਜਿਹਨੂੰ ਵਾਟਰ ਰਿਟੈਂਸ਼ਨ ਕਿਹਾ ਜਾਂਦਾ ਹੈ, ਲੇਕਿਨ ਉਹਦੇ ਨਾਲ ਤੁਸੀਂ ਪਾਣੀ ਅੱਛੀ ਤਰ੍ਹਾਂ ਨਹੀਂ ਪੀ ਰਹੇ ਹੋ, ਜਾਂ ਉਹਦੇ ਨਾਲ ਜਿਹੜੀ ਰਿਕੁਆਇਰਡ ਡਾਕਟਰ ਕੋਲੋਂ ਲਿਖਵਾ ਕੇ ਸਪਲੀਮੈਂਟਸ ਲੈਣੇ ਨੇ, ਜਾਂ ਕੁਝ ਬਾਵਲ ਮੂਵਮੈਂਟ ਤੇ ਤੁਹਾਡੀ ਪ੍ਰੋਬਲਮ ਆ ਸਕਦੀ ਹੈ, ਕਨਸਟੀਪੇਸ਼ਨ ਵਗੈਰਾ ਹੋ ਸਕਦੀ ਹੈ। ਸੋ ਥੀਸ ਆਰ ਫਿਊ ਥਿੰਗਸ ਵੇਅਰ ਇਨ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਪਰਸਨਲੀ ਜਾ ਕੇ ਆਪਣੇ ਏਮ ਨੂੰ ਡਿਸਕਸ ਕਰਕੇ ਆਪਣੀ ਡਾਈਟ ਨੂੰ ਐਗਜ਼ਾਮਿਨ ਕਰਵਾਓ, ਬਜਾਏ ਮਤਲਬ ਰੈਂਡਮਲੀ ਕੁਝ ਵੀ ਇਸ ਤਰ੍ਹਾਂ ਪਿਕ ਕਰ ਲਿੱਤਾ। ਰਾਈਟ, ਓਕੇ। ਜਨਰਲ ਟਰਮਸ ਜੇ ਗੱਲ ਕਰੀਏ ਤਾਂ ਜਦੋਂ ਫੂਡ ਦੀ ਗੱਲ ਅਸੀਂ ਕਰਨੇ ਆ, ਆਉਣ ਵਾਲੇ ਪ੍ਰੋਗਰਾਮਸ ਵਿੱਚ ਸਪੈਸੀਫਿਕ ਡਿਜ਼ੀਜ਼ਸ ਨੂੰ ਲੈ ਕੇ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੂੰਗਾ, ਲੇਕਿਨ ਬਿਮਾਰੀਆਂ ਬੜੀਆਂ ਤੇਜ਼ੀ ਨਾਲ ਵੱਧ ਰਹੀਆਂ ਹੈਗੀਆਂ ਨੇ ਤੇ ਅਗੇਨ ਇਹ ਸਾਰੀਆਂ ਹੀ ਇੰਟਰਰਿਲੇਟਡ ਨੇ। ਇਹ ਨਹੀਂ ਕਿ ਡਾਇਬੀਟੀਜ਼ ਦਾ ਹਾਰਟ ਨਾਲ ਨਹੀਂ ਤੇ ਹਾਰਟ ਦਾ ਕੈਂਸਰ ਨਾਲ ਨਹੀਂ, ਇਹ ਸਾਰੀਆਂ ਇੰਟਰਰਿਲੇਟਡ ਨੇ ਕਿਉਂਕਿ ਜੋ ਕੁਝ ਅਸੀਂ ਅੰਦਰ ਪਾ ਰਹੇ ਹਾਂ, ਜੋ এনवायरमेंट ਹੈ ਉਹਦਾ ਸਾਡੇ ਤੇ ਅਸਰ ਪੈ ਰਿਹਾ। ਹੁਣ ਜਦੋਂ ਖਾਣਾ ਹੁੰਦਾ ਆਮ ਤੌਰ ਤੇ ਜੋ ਅਸੀਂ ਸੁਣਨੇ ਆ ਕਿ ਜੀ ਖਾਣੇ ਤੋਂ ਅੱਧੇ ਘੰਟੇ ਪਹਿਲਾਂ ਤੁਸੀਂ ਪਾਣੀ ਨਾ ਪੀਓ ਜਾਂ ਅੱਧੇ ਘੰਟੇ ਬਾਅਦ ਨਾ ਪੀਓ, ਪਰ ਸਾਡੇ ਤੇ ਸੰਗੋਂ ਨਹੀਂ ਲੱਗਦਾ ਕਿ ਜਦ ਤੱਕ ਅਸੀਂ ਪਾਣੀ ਨਾ ਪੀਏ, ਖਾਸ ਤੌਰ ਤੇ ਪੰਜਾਬੀਆਂ ਦੀ ਜਦੋਂ ਅਸੀਂ ਗੱਲ ਕਰੀਏ। ਇਹਦੇ ਮਤਲਬ ਸਾਨੂੰ ਬਰੀਫ ਗਾਈਡਲਾਈਨਸ ਦੱਸੋ ਕਿ ਜਦੋਂ ਤੁਸੀਂ ਫੂਡ ਇਨਟੇਕ ਕਰ ਰਹੇ ਹੋ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ? ਦੇਖिए एक तो बहुत अच्छी गल है, एक होर कहावत है, थोड़ा थोड़ा खाओ बहुत बार खाओ, ना कोई दावत ना उपवास। माने पूरे दिन तुसी थोड़ा थोड़ा करके खाना है, कोई ऐ नहीं कि पूरा दिन कुछ खादा नहीं तो जो खान बैठे तो एकदम बिकॉज यू सो हंग्री एंड यू जस्टिफाई योरसेल्फ कि मैं सवेर तो आज कुछ खादा नहीं, मैं बस खान दियो इस टाइम। तो दूसरी फिर एक आ जाती है कि उपवास, कि मैं आजकल एज आई सेड कि मैं आजकल डिटॉक्स डाइट ते हां, ते ओ जेडे एक्सट्रीम मेजर्स ने इट इंटरफेयर्स विद योर ब्लड ग्लूकोज लेवल, ते ओ वाली चीज़ नहीं करने असी। दूसरी गल कि पानी अच्छी तरह पियो, या पानी अद्धे घंटे का जेड़ा असी डिस्कस कर रहे सी, आइडली वाटर शुड ऑलवेज बी हैड बिफोर द मील। जे तुसी 15 मिनट पहले पानी का एक वड्डा ग्लास पींदे हो खाना खाने तो पहले, ਉਹ ਤੁਹਾਡਾ ਗਾਈਡਲਾਈਨ ਅੱਛੀ ਤਰ੍ਹਾਂ ਕਰ ਦੇਗਾ। ਇੱਕ ਚੀਜ਼ ਹੁੰਦੀ ਹੈ ਸਿਊਡੋ ਹੰਗਰ, ਮਾਨੇ ਮੈਨੂੰ ਲੱਗ ਰਿਹਾ ਕਿ ਮੈਨੂੰ ਭੁੱਖ ਲੱਗੀ ਹੈ, ਬਟ ਆਈਡਲੀ ਆਈ ਗ੍ਰੈਬ ਅ ਗਲਾਸ ਆਫ ਵਾਟਰ ਤੇ ਮੈਨੂੰ ਪਤਾ ਚੱਲੇਗਾ ਕਿ ਐਕਚੁਅਲੀ ਭੁੱਖ ਨਹੀਂ ਸੀ, ਦੈਟ ਵਾਸ ਮਾਈ ਥਰਸਟ। ਤੇ ਇਸ ਕਰਕੇ ਬਹੁਤ ਅੱਛੀ ਗੱਲ ਹੈ ਕਿ ਤੁਸੀਂ 10 ਮਿੰਟ ਪਹਿਲੇ ਪਾਣੀ ਦਾ ਗਲਾਸ ਪੀਓ। आफ्टर द मील आइडली पानी अवॉइड करना चाहिए। द रीजन बीइंग कि जो साढ़े डाइजेस्टिव जूसिस ने, साढ़े सलाइवरी ग्लैंड तो लैके पेट और हाँ जी जो एंजाइम्स ने, जे असी खाने दे नाल या खाने तो इमीजिएटली बाद पानी पीने आ तो डाइजेस्टिव एंजाइम्स डाइल्यूट हो जाते हैं, वो घुल जाते हैं, तो फिर वो फूड तो अच्छी तरह एक्ट नहीं कर पाते। अदरवाइज सो टू से अगर तुसी 8 to 10 ग्लासेस ऑफ वाटर पूरे दिन च पींदे हो, और स्पैशली एक हाइड्रोथेरेपी किया जाता है या योगा भी बड़ा इस चीज़ को इंसिस्ट किया जाता है कि सवेरे ही उठ के अपनी प्रैक्टिस बनाओ कि 3-4 ग्लास पानी तो तुसी निर्णय पेट खाली पेट जरूर पियो, क्योंकि वो सिस्टम को फ्लश आउट अच्छी तरह करता है। तो वो तो फैक्ट्स ने, मतलब उन्हें कोई साइड इफेक्ट नहीं है, उन्हें कोई ऐ नहीं कि तुसी बिना कुछ जाने अगर प्रैक्टिस कर ली तो थोड़े ऑर्गन्स को डैमेज कर देगा। लेकिन जो एक्सट्रीम मेजर्स ने वो हमेशा सुपरविजन अंडर सुपरविजन ही करने चाहिए ने। अच्छा, एक गर्म पानी ਜਿਹੜਾ ਗ੍ਰੀਨ ਟੀ ਦਾ ਹੈਗਾ ਇੱਥੇ ਸਾਡੇ ਬਹੁਤ ਚੱਲਦਾ ਹੈ, ਖਾਣੇ ਤੋਂ ਬਾਅਦ ਅਸੀਂ ਇਮੀਡੀਏਟਲੀ ਗਰਮ ਚਾਹ ਜਿਹੜੀ ਹੈਗੀ ਹੈ ਪੀ ਲੈਂਦੇ ਹੈਗੇ, ਕੀ ਇਹ ਲੈ ਲੈਣੀ ਚਾਹੀਦੀ ਕਿ ਨਹੀਂ ਲੈਣੀ ਚਾਹੀਦੀ? देखिए ग्रीन टी और चाह थोड़ी डिफरेंट चीज़ें। ग्रीन टी ਦੀ ਮੈਂ ਗੱਲ ਕਰ ਰਿਹਾ, मतलब ਹਾਂ मतलब ਗਰਮ ਪਾਣੀ ਕੋਈ ਲੈ ਲੈਂਦਾ, ਕੋਈ ਗ੍ਰੀਨ ਟੀ ਲੈ ਲੈਂਦਾ, ਬਟ ਇਟਸ ਇਮੀਡੀਏਟਲੀ ਕਈ 5-10 ਮਿੰਟਾਂ ਬਾਅਦ ਜਦੋਂ ਖਾਣਾ ਖਾਦਾ ਤਾਂ ਬੰਦਾ ਪੀ ਲੈਂਦਾ, ਕਿਉਂ ਲੈਣੀ ਚਾਹੀਦੀ? ਹਾਂਜੀ, ਉਹਦੇ ਵਿੱਚ ਇਨਫੈਕਟ ਮੈਂ ਖੁਦ ਜਿਹੜਾ ਇਹ ਚੀਜ਼ ਆਬਜ਼ਰਵ ਕੀਤੀ, ਇੱਕ ਤੇ ਇੱਥੇ ਦਾ ਵੈਦਰ ਸਪੋਰਟ ਕਰਦਾ ਹੈ ਕਿ ਤੁਸੀਂ ਥੋੜਾ ਜਿਹਾ ਵਾਰਮ ਵਾਟਰ, ਲਿਕੁਇਡ ਵਾਟਰ ਜਾਂ ਗ੍ਰੀਨ ਟੀ ਸਪੈਸ਼ਲੀ ਕਿਉਂਕਿ ਉਹਦੇ ਵਿੱਚ ਐਂਟੀਆਕਸੀਡੈਂਟਸ ਨਾਲ ਆ ਜਾਂਦੇ ਨੇ। ਪਲੱਸ ਇਫ ਆਈ ਲੁੱਕ ਐਟ ਦ ਸਾਊਥ ਈਸਟ ਏਸ਼ੀਅਨ ਕੰਟਰੀਜ਼, ਚਾਈਨਾ ਐਂਡ ਹਾਂਗਕਾਂਗ ਐਂਡ people there,
ਤੇ ਇੰਨੀ ਖੁਸ਼ੀ ਹੋਈ ਮੈਨੂੰ ਉੱਥੇ ਜਾ ਕੇ ਕਿ ਲੋਕ ਬਿਲਕੁਲ ਸਲਿਮ ਐਂਡ ਟ੍ਰਿਮ Oh, ਨੇ yes, absolutely. ਔਰ ਹਾਂਜੀ ਔਰ ਉਹਨਾਂ ਦੀ ਡਾਈਟਸ ਵੀ ਨੋਟਿਸ ਕਰੋ ਤੇ ਬਹੁਤ ਗ੍ਰੀਨਸ ਨੇ ਜੀ। ਬੋਇਲਡ ਨੇ ਜਾਂ ਥੋੜਾ ਪ੍ਰੋਟੀਨਸ ਨੇ ਰਾਈਟ Indian diet, if we actually talk about especially the Punjabi, the North Indian diets, जी। वो carbohydrate rich बहुत ज़्यादा है ठीक है। मतलब ਉਹਦੇ 'ਚ ਰੋਟੀ ਔਰ ਚਾਵਲ ਔਰ ਇਸ ਚੀਜ਼ ਜ਼ਿਆਦਾ ਇਨਸਿਸਟ ਕੀਤਾ ਜਾਂਦਾ ਹੈ ਤੇ ਨਾਓ ਵੀ ਵਰ ਟਾਕਿੰਗ ਅਬਾਊਟ ਦ ਗ੍ਰੀਨ ਟੀ ਐਟਸੈਟਰਾ ਇੱਕ ਥੋੜਾ ਗਰੋਸ ਐਗਜ਼ਾਮਪਲ ਹੈ ਕਿ ਤੁਸੀਂ ਜਦੋਂ ਕੋਈ ਚੀਜ਼ ਦੀ ਸਫਾਈ ਕਰਨੀ ਹੈ ਅਗਰ ਥੋੜੇ ਜਿਹੇ ਗਰਮ ਪਾਣੀ ਨਾਲ ਕਰਦੇ ਹੋ ਤੇ ਉਹਦੇ 'ਚ ਹਲਕਾ ਜਿਹਾ ਤੁਸੀਂ ਸਰਫ ਜਾਂ ਡਿਟਰਜੈਂਟ ਵੀ ਪਾਇਆ ਤੇ ਸਫਾਈ ਅੱਛੀ ਤਰ੍ਹਾਂ ਹੋ ਜਾਏਗੀ Right। ਸੋ ਇਫ ਯੂ ਜਸਟ ਹੈਵਿੰਗ ਹਾਫ ਅ ਮਗ ਆਫ ਗ੍ਰੀਨ ਟੀ ਔਰ ਸਮਥਿੰਗ ਤੇ ਉਹ ਤੁਹਾਡੀ ਜਿਹੜੀ ਫੂਡ ਪਾਈਪ ਹੈ ਉਹਨੂੰ ਉਹਦੀ clear ਕਰ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਕਲੀਅਰ ਕਰਦੀ ਹੈ ਔਰ Right। ਜਿਹੜਾ ਵਿੱਚ ਗ੍ਰੀਨ ਟੀ ਐਕਸਟ੍ਰੈਕਟ ਹੈ ਉਹ ਐਂਟੀਆਕਸੀਡੈਂਟਸ ਦਾ ਕੰਮ ਕਰਦਾ ਹੈ ਮਾਨੇ Right। ਜਿਹੜੇ ਤੁਹਾਡੀ ਬਾਡੀ ਦੇ ਫ੍ਰੀ ਰੈਡੀਕਲਸ ਨੇ ਉਹਨਾਂ ਨੂੰ ਬਾਈਂਡ ਕਰਕੇ ਸਿਸਟਮ ਤੋਂ ਫਲਸ਼ ਆਊਟ ਕਰਨ ਦੀ ਹੈਲਪ ਕਰਦਾ ਹੈ Sonia ji, it was a pleasure having you. Thank you for this basic Thank you। information. ਆਉਣ ਵਾਲੇ ਪ੍ਰੋਗਰਾਮਸ ਵਿੱਚ ਸਪੈਸੀਫਿਕ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਨੂੰ ਲੈ ਕੇ ਆਵਾਂਗੇ। ਥੈਂਕ ਯੂ। ਥੈਂਕ ਯੂ